ओम शांति। ਅੱਜ 19/8/2022 ਦੀ ਬਾਣੀ ਹੈ। ਬਾਬਾ ਦੇ ਮਿੱਠੇ ਵਾਕਿਆ ਨੇ। ਮਿੱਠੇ ਬੱਚੇ, ਹੁਣ ਤੁਹਾਨੂੰ ਵਿਸ਼ਵ ਦੇ ਆਦਿ ਮੱਧ ਅੰਤ ਦੀ ਰੋਸ਼ਨੀ ਮਿਲੀ ਹੈ। ਤੁਸੀਂ ਗਿਆਨ ਨੂੰ ਬੁੱਧੀ ਵਿੱਚ ਰੱਖ ਸਦਾ ਹਰਸ਼ਿਤ ਰਹੋ। ਪ੍ਰਸ਼ਨ ਪੁੱਛਿਆ ਅੱਜ ਬਾਬਾ ਨੇ। ਹੁਣ ਤੁਸੀਂ ਬੱਚਿਆਂ ਦੀ ਬਹੁਤ ਜ਼ਬਰਦਸਤ ਤਕਦੀਰ ਬਣ ਰਹੀ ਹੈ। ਕਿਹੜੀ ਅਤੇ ਕਿਵੇਂ? ਅੱਜ ਬਾਬਾ ਦਾ ਉੱਤਰ ਹੈ, ਹੁਣ ਤੁਸੀਂ ਸ਼੍ਰੀਮਤ ਤੇ ਚੱਲ 21 ਜਨਮਾਂ ਦੇ ਲਈ ਬਾਪ ਕੋਲੋਂ ਬੇਹੱਦ ਦਾ ਵਰਸਾ ਲੈ ਰਹੇ ਹੋ। ਸ਼੍ਰੀਮਤ ਤੇ ਤੁਹਾਡੀ ਸਭ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ। ਇਹ ਤੁਹਾਡੀ ਜ਼ਬਰਦਸਤ ਤਕਦੀਰ ਹੈ। ਤੁਸੀਂ 84 ਜਨਮ ਲੈਣ ਵਾਲੇ ਬੱਚੇ ਹੀ ਚੱਕਰ ਲਗਾ ਕੇ ਬੁੱਧੀ ਯੋਗ ਬਲ ਅਤੇ ਗਿਆਨ ਬਲ ਨਾਲ ਮਾਇਆ ਰਾਵਣ ਤੇ ਜਿੱਤ ਪਾਉਂਦੇ ਹੈ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਬਾਪ ਦੇ ਕੋਲ ਆਏ ਹਾਂ ਆਪਣੀ ਤਕਦੀਰ ਬਣਾਉਣ, ਮਤਲਬ ਲక్ష్ਮੀ ਨਾਰਾਇਣ ਪਦਵੀ ਪਾਉਣ। ਗੀਤ ਹੈ ਅੱਜ ਦਾ, ਤਕਦੀਰ ਜਗਾ ਕੇ ਆਈ ਹੂੰ। ਓਮ ਸ਼ਾਂਤੀ। ਇਹ ਭਗਵਾਨ ਦੀ ਪਾਠਸ਼ਾਲਾ ਹੈ। ਇੱਥੇ ਹੈ ਹੀ ਭਗਵਾਨੂਵਾਚ ਬੱਚਿਆਂ ਦੇ ਪ੍ਰਤੀ। ਗੀਤ ਦੀ ਪਹਿਲੀ ਲਾਈਨ ਹੈ, ਤਕਦੀਰ ਜਗਾ ਕੇ ਆਈ ਹਾਂ। ਇਸ ਈਸ਼ਵਰੀ ਪਾਠਸ਼ਾਲਾ ਅਤੇ ਬੇਹੱਦ ਬਾਪ ਦੀ ਪਾਠਸ਼ਾਲਾ ਵਿੱਚ ਭਗਵਾਨ ਤਾਂ ਇੱਕ ਨੂੰ ਹੀ ਕਿਹਾ ਜਾਂਦਾ ਹੈ। ਭਗਵਾਨ ਨੇਕ ਨਹੀਂ ਹੁੰਦੇ ਹੈ। ਸਭ ਆਤਮਾਵਾਂ ਦਾ ਬਾਪ ਇੱਕ ਹੈ। ਹੁਣ ਇੱਕ ਬਾਪ ਅਤੇ ਅਨੇਕ ਬੱਚਿਆਂ ਦਾ ਇਹ ਹੈ ਸੰਗਠਨ ਜਾਂ ਮੇਲਾ। ਗਿਆਨ ਸ਼ਿੰਗਾਰ ਅਤੇ ਗਿਆਨ ਨਦੀਆਂ। ਪਾਣੀ ਦੇ ਸਾਗਰ ਨੂੰ ਗਿਆਨ ਸਾਗਰ ਨਹੀਂ ਕਹਾਂਗੇ। ਗਿਆਨ ਸਾਗਰ ਤੋਂ ਇਹ ਗਿਆਨ ਨਦੀਆਂ ਨਿਕਲਦੀਆਂ ਹੈ, ਉਹਨਾਂ ਦਾ ਇਹ ਮੇਲਾ ਹੈ। ਉਹ ਹੈ ਭਗਤੀ, ਇਹ ਹੈ ਗਿਆਨ। ਗਿਆਨ ਨੂੰ ਕਿਹਾ ਜਾਂਦਾ ਹੈ ਬ੍ਰਹਮਾ ਦਾ ਦਿਨ, ਸਤਯੁਗ ਤ੍ਰੇਤਾ ਅਤੇ ਭਗਤੀ ਹੈ ਰਾਤ, ਦੁਆਪਰ ਕਲਯੁਗ। ਸਤਯੁਗ ਤ੍ਰੇਤਾ ਵਿੱਚ ਹੈ ਹੀ ਸਦਗਤੀ, ਸੁਖ ਧਾਮ ਵਿੱਚ ਜਾਣਾ ਹੁੰਦਾ ਹੈ। ਸਦਗਤੀ ਤਾਂ ਇੱਕ ਬਾਪ ਹੀ ਕਰਨਗੇ, ਉਹ ਹੈ ਸਦਗਤੀ ਦਾਤਾ। ਤੁਹਾਡੀ ਹੁਣ ਸਦਗਤੀ ਹੋ ਰਹੀ ਹੈ, ਮਤਲਬ ਪਤਿਤ ਤੋਂ ਪਾਵਨ ਬਣ ਰਹੇ ਹੋ। ਰਾਜਯੋਗ ਸਿੱਖ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਰਹੇ ਹੈ। ਸਤੋ ਪ੍ਰਧਾਨ ਬਣੋਗੇ ਤਾਂ ਹੀ ਸਵਰਗ ਵਿੱਚ ਜਾਓਗੇ। ਫਿਰ ਸਤੋ ਪ੍ਰਧਾਨ ਤੇ ਤਮੋ ਪ੍ਰਧਾਨ ਵਿੱਚ ਤੁਸੀਂ ਕਿਵੇਂ ਆਉਂਦੇ ਹੈ? ਇਹ ਚੱਕਰ ਹੈ ਨਾ। ਬਾਬਾ ਆਖਦੇ ਨੇ, ਭਾਰਤ ਸਵਰਗ ਸੀ, ਉਸ ਵਿੱਚ ਲక్ష్ਮੀ ਨਾਰਾਇਣ ਦਾ ਰਾਜ ਸੀ। ਹੁਣ ਤੱਕ ਵੀ ਮੰਦਿਰ ਆਦਿ ਬਣਾਉਂਦੇ ਰਹਿੰਦੇ ਹੈ। ਸਤਯੁਗ ਵਿੱਚ ਇਹ ਸਨ ਜ਼ਰੂਰ, ਹੁਣ ਤੇ ਹੈ ਕਲਯੁਗ। ਸਤਯੁਗ ਵਿੱਚ ਜਥਾ ਮਹਾਰਾਜਾ ਮਹਾਰਾਣੀ ਤਥਾ ਪ੍ਰਜਾ ਪਾਵਨ ਸੀ। ਲక్ష్ਮੀ ਨਾਰਾਇਣ ਨੂੰ ਮਹਾਰਾਜਾ ਮਹਾਰਾਣੀ ਕਿਹਾ ਜਾਂਦਾ ਹੈ। ਬਚਪਨ ਵਿੱਚ ਉਹ ਮਹਾਰਾਜ ਕੁਮਾਰ ਸ਼੍ਰੀ ਕ੍ਰਿਸ਼ਨ ਅਤੇ ਮਹਾਰਾਜ ਕੁਮਾਰੀ ਰਾਧੇ ਸੀ। ਅੱਜ ਕਹਿੰਦੇ ਹੈ ਕ੍ਰਿਸ਼ਨ ਜਨਮ ਅਸ਼ਟਮੀ ਹੈ। ਹੁਣ ਅਸ਼ਟਮੀ ਕਿਉਂ ਕਿਹਾ ਹੈ? ਸ਼ਾਸਤਰਾਂ ਦਾ ਤਾਂ ਵੀ ਜੋ ਸਾਰ ਹੈ ਉਹ ਤੁਹਾਨੂੰ ਸਮਝਾਇਆ ਜਾਂਦਾ ਹੈ, ਚਿੱਤਰਾਂ ਵਿੱਚ ਵੀ ਦਿਖਾਉਂਦੇ ਹੈ। ਵਿਸ਼ਨੂੰ ਦੀ ਨਾਭੀ ਵਿੱਚੋਂ ਬ੍ਰਹਮਾ ਨਿਕਲਾ, ਇਵੇਂ ਨਹੀਂ ਵਿਸ਼ਨੂੰ ਬੈਠ ਬ੍ਰਹਮਾ ਦੁਆਰਾ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹੈ। ਨਹੀਂ, ਪਰਮ ਪਿਤਾ ਪਰਮਾਤਮਾ ਸ਼ਿਵ ਪਰਮ ਧਾਮ ਤੋਂ ਆ ਕੇ ਬ੍ਰਹਮਾ ਤਨ ਦਾ ਆਧਾਰ ਲੈ ਤੁਹਾਨੂੰ ਇਹ ਰਾਜ ਸਮਝਾਉਂਦੇ ਹੈ। ਮਨੁੱਖ ਇੰਨੀ ਮਿਹਨਤ ਕਰਦੇ ਹੈ, ਭਗਤੀ ਕਰਦੇ ਹੈ, ਮਿਲਦਾ ਕੁਝ ਵੀ ਨਹੀਂ ਹੈ। ਇਸ ਲਈ ਭਗਵਾਨ ਕਹਿੰਦੇ ਹੈ, ਜਦੋਂ ਭਗਤੀ ਪੂਰੀ ਹੁੰਦੀ ਹੈ ਉਦੋਂ ਫਿਰ ਮੈਂ ਆਉਂਦਾ ਹਾਂ, ਕਿਉਂਕਿ ਤੁਹਾਡੀ ਪੂਰੀ ਦੁਰਗਤੀ ਹੋ ਜਾਂਦੀ ਹੈ। ਸਤਯੁਗ ਤ੍ਰੇਤਾ ਵਿੱਚ ਤਾਂ ਤੁਸੀਂ ਆਪਣਾ ਰਾਜ ਭਾਗ ਪਾਉਂਦੇ ਹੈ। ਸੂਰਜਵੰਸ਼ੀ ਚੰਦਰਵੰਸ਼ੀ ਫਿਰ ਤੁਸੀਂ ਡਿੱਗਦੇ ਜਾਂਦੇ ਹੈ। ਇਹ ਸਭ ਬੁੱਧੀ ਵਿੱਚ ਯਾਦ ਰੱਖਣਾ ਹੈ। ਤੁਸੀਂ ਬੱਚਿਆਂ ਨੂੰ ਹੁਣ ਸਾਰੇ ਵਿਸ਼ਵ ਦੇ ਆਦਿ ਮੱਧ ਅੰਤ ਦੀ ਰੋਸ਼ਨੀ ਮਿਲੀ ਹੈ। ਹੋਰ ਕਿਸੇ ਦੀ ਬੁੱਧੀ ਵਿੱਚ ਇਹ ਨੌਲੇਜ ਨਹੀਂ ਹੈ। ਤੁਸੀਂ ਜਾਣਦੇ ਹੈ ਸਭ ਤੋਂ ਉੱਪਰ ਹੈ ਸ਼ਿਵ ਬਾਬਾ, ਪਿੱਛੋਂ ਸੂਖਸ਼ਮ ਵਤਨ ਵਿੱਚ ਬ੍ਰਹਮਾ, ਵਿਸ਼ਨੂੰ ਸ਼ੰਕਰ ਸਥੂਲ ਵਤਨ ਵਿੱਚ ਹੈ।
ਇਹ ਮਨੁੱਖ ਸ੍ਰਿਸ਼ਟੀ ਵਿੱਚ ਵੀ ਪਹਿਲੇ ਜਗਤੰਬਾ ਜਗਤ ਪਿਤਾ ਨਾਮ ਗਾਇਆ ਹੋਇਆ ਹੈ। ਸੂਖਸ਼ਮ ਵਤਨ ਵਿੱਚ ਸਿਰਫ ਬ੍ਰਹਮਾ ਨੂੰ ਦਿਖਾਉਂਦੇ ਹੈ। ਉਹਨਾਂ ਨੂੰ ਕਹਾਂਗੇ ਬ੍ਰਹਮਾ ਦੇਵਤਾਏ ਨਮਾ। ਇੱਥੇ ਜੋ ਇਹ ਬ੍ਰਹਮਾ ਸਰਸਵਤੀ ਹੈ ਉਹ ਕੌਣ ਹੈ? ਬ੍ਰਹਮਾ ਦੀ ਬਹੁਤ ਮਹਿਮਾ ਹੈ। ਬ੍ਰਹਮਾ ਦੀ ਬੇਟੀ ਤਾਂ ਤੁਸੀਂ ਵੀ ਹੋ। ਬਾਬਾ ਆਖਦੇ ਨੇ ਪ੍ਰਜਾਪਿਤਾ ਤਾਂ ਜ਼ਰੂਰ ਇੱਥੇ ਹੋਵੇਗਾ, ਸੂਖਸ਼ਮ ਵਤਨ ਵਿੱਚ ਤਾਂ ਨਹੀਂ ਹੋਵੇਗਾ। ਬਾਪ ਨੇ ਪ੍ਰਜਾਪਿਤਾ ਦੁਆਰਾ ਹੀ ਗਿਆਨ ਦੇਣਾ ਹੈ। ਵਿਸ਼ਨੂੰ ਅਤੇ ਸ਼ੰਕਰ ਨੂੰ ਗਿਆਨ ਸਾਗਰ ਕਿਹਾ ਜਾਂਦਾ ਹੈ। ਬਾਪ ਨੂੰ ਤਾਂ ਸ਼੍ਰੀ ਕਿਹਾ ਜਾਂਦਾ ਹੈ। ਉਹ ਹੈ ਸ੍ਰੇਸ਼ਟ ਤੇ ਸ੍ਰੇਸ਼ਟ, ਊਂਚ ਤੇ ਊਂਚ ਭਗਵਾਨ। ਉਹ ਫਿਰ ਰਚਨਾ ਰਚਦੇ ਹੈ। ਸ਼੍ਰੀ ਰਾਧੇ ਸ਼੍ਰੀ ਕ੍ਰਿਸ਼ਨ ਉਹ ਸਵੈੰਬਰ ਤੇ ਬਾਅਦ ਵਿੱਚ ਬਣਦੇ ਹੈ ਮਹਾਰਾਜਾ ਸ਼੍ਰੀ ਨਾਰਾਇਣ ਸ਼੍ਰੀ ਲਕਸ਼ਮੀ। ਸਤਯੁਗ ਵਿੱਚ ਉਹਨਾਂ ਦਾ ਰਾਜ ਚੱਲਦਾ ਹੈ। ਤ੍ਰੇਤਾ ਵਿੱਚ ਰਾਮ ਸੀਤਾ ਦਾ ਰਾਜ। ਸਵਰਗ ਸਤਯੁਗ ਨੂੰ ਕਿਹਾ ਜਾਂਦਾ ਹੈ। ਫਿਰ 2 ਕਲਾਂ ਘੱਟ ਹੋ ਜਾਂਦੀਆਂ ਹੈ। 16 ਕਲਾਂ ਤੋਂ 14 ਕਲਾਂ ਵਿੱਚ ਆ ਗਏ। ਫਿਰ ਦੁਆਪਰ ਤੋਂ ਭਗਤੀ ਮਾਰਗ ਸ਼ੁਰੂ ਹੁੰਦਾ ਹੈ। ਹੁਣ ਬਾਪ ਕਹਿੰਦੇ ਹੈ ਤੁਸੀਂ ਬੱਚਿਆਂ ਨੂੰ ਮੈਂ ਸਦਗਤੀ ਵਿੱਚ ਲੈ ਜਾਂਦਾ ਹਾਂ। ਭਾਰਤ ਪਾਵਨ ਸੀ, ਫਿਰ ਪਾਤਿਤ ਕਿਸ ਨੇ ਬਣਾਇਆ? ਰਾਵਣ ਨੇ। ਇਸ ਲਈ ਮੈਨੂੰ ਹੀ ਕਲਪ ਆਉਣਾ ਪੈਂਦਾ ਹੈ। ਪਾਤਿਤਾਂ ਨੂੰ ਆ ਕੇ ਪਾਵਨ ਬਣਾਉਣਾ ਪੈਂਦਾ ਹੈ। ਇੱਥੇ ਤੁਸੀਂ ਆਏ ਹੋ ਤਕਦੀਰ ਬਣਾਉਣ, ਮਤਲਬ ਵਿਸ਼ਵ ਦਾ ਮਾਲਿਕ ਬਣਨ। ਬਾਪ ਸਮਝਾਉਂਦੇ ਹੈ ਇਹ ਬੁੱਧੀ ਵਿੱਚ ਰੱਖੋ। ਤੁਸੀਂ ਹੀ ਸੋ ਦੇਵੀ ਦੇਵਤਾ ਸੀ, ਹੁਣ ਬ੍ਰਾਹਮਣ ਬਣੇ ਹੋ, ਫਿਰ ਦੇਵਤਾ ਬਣੋਗੇ। ਇਹ ਬਜੋਲੀ ਹੈ। ਪਹਿਲੇ ਹੈ ਚੋਟੀ, ਉਸ ਦੇ ਉੱਪਰ ਸ਼ਿਵ ਬਾਬਾ। ਫਿਰ ਇਹ ਬ੍ਰਾਹਮਣਾਂ ਦੀ ਰਚਨਾ ਰਚੀ, ਐਡਾਪਟ ਕੀਤਾ। ਜਿਵੇਂ ਬਾਪ ਬੱਚਿਆਂ ਦਾ ਪਿਤਾ ਹੈ, ਉਹ ਹੋਏ ਹੱਦ ਦੇ ਬਾਪ, ਇਹ ਹੈ ਬੇਹੱਦ ਦਾ। ਪ੍ਰਜਾਪਿਤਾ ਬ੍ਰਹਮਾ ਨੂੰ ਗ੍ਰੇਟ ਗ੍ਰੈਂਡਫਾਦਰ ਕਿਹਾ ਜਾਂਦਾ ਹੈ। ਇਸ ਸੰਗਮ ਤੇ ਉਹਨਾਂ ਦੀ ਮਹਿਮਾ ਹੈ, ਜਦੋਂ ਕਿ ਸ਼ਿਵ ਬਾਬਾ ਆ ਕੇ ਐਡਾਪਟ ਕਰਦੇ ਹੈ ਬ੍ਰਹਮਾ ਸਰਸਵਤੀ ਅਤੇ ਤੁਸੀਂ ਬੱਚਿਆਂ ਨੂੰ। ਹੁਣ ਫਿਰ ਤੁਹਾਨੂੰ ਪਾਵਨ ਬਣਾ ਰਹੇ ਹੈ। ਤੁਸੀਂ ਜਾਣਦੇ ਹੋ ਅਸੀਂ ਬਾਪ ਕੋਲੋਂ ਫਿਰ ਵਰਸਾ ਲੈਣ ਆਏ ਹਾਂ, ਕਲਪ ਲੈਂਦੇ ਆਏ ਹਾਂ। ਫਿਰ ਜਦੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਡਿੱਗਣਾ ਸ਼ੁਰੂ ਹੁੰਦਾ ਹੈ, ਮਤਲਬ ਪਾਵਨ ਤੋਂ ਪਾਤਿਤ ਬਣਦੇ ਹੈ। ਹੁਣ ਸਾਰੀ ਸ੍ਰਿਸ਼ਟੀ ਵਿੱਚ ਰਾਵਣ ਰਾਜ ਹੈ। ਸਭ ਦੁਖੀ ਹੈ, ਸ਼ੋਕ ਵਾਟਿਕਾ ਵਿੱਚ ਹੈ। ਸਤਯੁਗ ਵਿੱਚ ਤੇ ਦੁੱਖ ਦੀ ਕੋਈ ਗੱਲ ਹੀ ਨਹੀਂ ਹੁੰਦੀ। ਅੱਜ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ। ਕਹਿੰਦੇ ਹੈ ਦੇਵਕੀ ਨੂੰ 8ਵਾਂ ਨੰਬਰ ਬੱਚਾ ਸ਼੍ਰੀ ਕ੍ਰਿਸ਼ਨ ਪੈਦਾ ਹੋਇਆ। ਹੁਣ 8ਵਾਂ ਨੰਬਰ ਕ੍ਰਿਸ਼ਨ ਜਨਮ ਲਵੇਗਾ ਕੀ? ਕ੍ਰਿਸ਼ਨ ਦਾ ਜਨਮ ਤਾਂ ਹੁੰਦਾ ਹੈ ਸਤਯੁਗ ਵਿੱਚ। ਉਹ ਬੇਕੁੰਠ ਦਾ ਫਸਟ ਪ੍ਰਿੰਸ ਹੈ। ਉਹਨਾਂ ਨੂੰ ਫਿਰ ਦੁਆਪਰ ਵਿੱਚ ਲੈ ਗਏ ਹੈ। ਤਾਂ ਇਹ ਗਪੋੜਾਂ ਹੋਈਆਂ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਹੁਣ ਉਹ ਆਤਮਾ ਅੰਤਿਮ ਜਨਮ ਵਿੱਚ ਪੜ ਰਹੀ ਹੈ। ਸਤਯੁਗ ਵਿੱਚ ਕ੍ਰਿਸ਼ਨ ਦੇ ਮਾਂ-ਬਾਪ ਨੂੰ 8 ਬੱਚੇ ਤੇ ਹੁੰਦੇ ਹੀ ਨਹੀਂ ਹੈ। ਇਹ ਸ਼ਾਸਤਰ ਵੀ ਡਰਾਮੇ ਅਨੁਸਾਰ ਸਭ ਪਹਿਲਾਂ ਤੋਂ ਹੀ ਬਣੇ ਹੋਏ ਹੈ। ਹੁਣ ਬਾਪ ਸਭ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹੈ। ਭਗਵਾਨੂਵਾਚ ਤੁਹਾਨੂੰ ਇਹ ਗਿਆਨ ਸੁਣਾਉਂਦੇ ਹੈ। ਇਸ ਵਿੱਚ ਗੀਤਾ ਅਤੇ ਸ਼ਲੋਕ ਆਦਿ ਦੀ ਕੋਈ ਗੱਲ ਨਹੀਂ, ਇਹ ਤਾਂ ਪੜ੍ਹਾਈ ਹੈ। ਬਾਕੀ ਇਹ ਸ਼ਾਸਤਰ ਆਦਿ ਸਭ ਭਗਤੀ ਮਾਰਗ ਦੀ ਸਮੱਗਰੀ ਹੈ। ਭਗਤੀ ਸ਼ੁਰੂ ਹੋਣ ਨਾਲ ਹੀ ਪਹਿਲੇ ਸ਼ਿਵ ਬਾਬਾ ਦਾ ਸੋਮਨਾਥ ਮੰਦਿਰ ਬਣਾਉਂਦੇ ਹੈ। ਪਹਿਲੇ ਹੁੰਦੀ ਹੈ ਸ਼ਿਵ ਬਾਬਾ ਦੀ ਅਭਿਆਬੀਚਾਰੀ ਭਗਤੀ, ਅਤੇ ਇਹ ਹੈ ਸ਼ਿਵ ਬਾਬਾ ਦਾ ਅਭਿਆਬੀਚਾਰੀ ਗਿਆਨ, ਜਿਸ ਨਾਲ ਤੁਸੀਂ ਪਾਵਨ ਬਣਦੇ ਹੋ। ਭਗਤੀ ਦੇ ਬਾਅਦ ਵੈਰਾਗ ਗਾਇਆ ਜਾਂਦਾ ਹੈ। ਤੁਹਾਨੂੰ ਇਸ ਸਾਰੀ ਪੁਰਾਣੀ ਸ੍ਰਿਸ਼ਟੀ ਤੋਂ ਵੈਰਾਗ ਹੈ। ਪੁਰਾਣੀ ਸ੍ਰਿਸ਼ਟੀ ਜ਼ਰੂਰ ਵਿਨਾਸ਼ ਹੋ, ਉਦੋਂ ਫਿਰ ਨਈ ਸਥਾਪਨ ਹੋਵੇ। ਇਹ ਉਹ ਹੀ ਮਹਾਭਾਰਤ ਲੜਾਈ ਹੈ ਜੋ ਕਲਪ ਪਹਿਲੇ ਵੀ ਹੋਈ ਸੀ। ਮੁਸਲ ਆਦਿ ਨੈਚੁਰਲ ਕਲਾਈਮਿਟੀਜ਼
ਜੋ ਹੋਈਆਂ ਸੀ ਉਹ ਫਿਰ ਹੋਣੀਆਂ ਹੈ। ਦੇਵਤਾ ਕਦੀ ਪਾਤਿਤ ਦੁਨੀਆ ਵਿੱਚ ਪੈਰ ਨਹੀਂ ਰੱਖਦੇ ਹੈ। ਮਹਾਲక్ష్ਮੀ ਦਾ ਆਹਵਾਨ ਕਰਦੇ ਹੈ। ਹਰ ਬਰੇ ਉਹਨਾਂ ਕੋਲੋਂ ਧਨ ਮੰਗਦੇ ਹੈ। ਲక్ష్ਮੀ ਨਾਰਾਇਣ ਦੋਨੋਂ ਇਕੱਠੇ ਹੈ। ਮਹਾਲక్ష్ਮੀ ਨੂੰ 4 ਭੁਜਾਵਾਂ ਦਿਖਾਉਂਦੇ ਹੈ। ਦੀਪਮਾਲਾ ਤੇ ਉਹਨਾਂ ਦੀ ਪੂਜਾ ਕਰਦੇ ਹੈ। ਹਰ ਬਰੇ ਭਾਰਤ ਵਾਸੀ ਭੀਖ ਮੰਗਦੇ ਹੈ। ਇਹ ਹੈ ਵਿਸ਼ਨੂੰ ਦੇ 2 ਰੂਪ। ਮਨੁੱਖ ਇਹਨਾਂ ਗੱਲਾਂ ਨੂੰ ਕੋਈ ਜਾਣਦੇ ਨਹੀਂ। ਇਸ ਸਮੇਂ ਹੈ ਪ੍ਰਜਾਪਿਤਾ ਆਦਿ ਦੇਵ ਅਤੇ ਜਗਤੰਬਾ ਆਦਿ ਦੇਵੀ। ਹੁਣ ਸ਼੍ਰੀਮਤ ਤੇ ਤੁਹਾਡੀ ਸਭ ਮਨੋਕਾਮਨਾਵਾਂ ਪੂਰਨ ਹੁੰਦੀਆਂ ਹੈ। 21 ਜਨਮਾਂ ਦੇ ਲਈ ਤੁਸੀਂ ਰਾਜ ਭਾਗ ਲੈਂਦੇ ਹੋ। ਇਹ ਬ੍ਰਹਮਾ ਹੈ ਸਾਕਾਰੀ ਪਿਤਾ ਅਤੇ ਸ਼ਿਵ ਬਾਬਾ ਹੈ ਨਿਰਾਕਾਰੀ ਪਿਤਾ। ਵਰਸਾ ਤੁਹਾਨੂੰ ਉਹਨਾਂ ਕੋਲੋਂ ਮਿਲਣਾ ਹੈ। ਉਹ ਹੈ ਸਵਰਗ ਦਾ ਰਚయిਤਾ। ਤੁਸੀਂ 21 ਜਨਮਾਂ ਦੇ ਲਈ ਵਰਸਾ ਪਾ ਰਹੇ ਹੋ। ਕਿੰਨੀ ਜ਼ਬਰਦਸਤ ਤਕਦੀਰ ਹੈ। ਇਹ ਵੀ ਜਾਣਦੇ ਹੋ ਆਉਣਗੇ ਇੱਥੇ ਉਹੀ ਜਿਨ੍ਹਾਂ ਨੇ 84 ਜਨਮਾਂ ਦਾ ਚੱਕਰ ਲਗਾਇਆ ਹੈ। ਉਹੀ ਆ ਕੇ ਬ੍ਰਾਹਮਣ ਬਣਨਗੇ। ਬ੍ਰਾਹਮਣ ਹੀ ਫਿਰ ਦੇਵਤਾ ਬਣਨਗੇ। ਹੁਣ ਤੁਸੀਂ ਬੱਚੇ ਕਿਸ ਦੀ ਜਯੰਤੀ ਮਨਾਉਣਗੇ? ਤੁਹਾਨੂੰ ਲక్ష్ਮੀ ਨਾਰਾਇਣ ਦੀ ਮਨਾਉਣੀ ਪਏਗੀ ਗਿਆਨ ਸਹਿਤ। ਉਹ ਛੋਟੇਪਨ ਵਿੱਚ ਰਾਧੇ ਕ੍ਰਿਸ਼ਨ ਤਾਂ ਦੋਵਾਂ ਦੀ ਮਨਾਣੀ ਪਵੇਗੀ। ਸਿਰਫ ਕ੍ਰਿਸ਼ਨ ਦੀ ਕਿਉਂ? ਉਹ ਤਾਂ ਕ੍ਰਿਸ਼ਨ ਨੂੰ ਦੁਆਪਰ ਵਿੱਚ ਲੈ ਗਏ ਹੈ। ਰਾਧੇ ਅਤੇ ਕ੍ਰਿਸ਼ਨ ਤਾਂ ਦੋਨੋਂ ਵੱਖ-ਵੱਖ ਘਰ ਦੇ ਹੈ। ਫਿਰ ਮਿਲਦੇ ਹੈ ਤਾਂ ਦੋਨੋਂ ਦੀ ਇਕੱਠੀ ਮਨਾਣੀ ਚਾਹੀਦੀ ਹੈ। ਨਹੀਂ ਤਾਂ ਸਮਝਦੇ ਨਹੀਂ ਹੈ ਕਿ ਕ੍ਰਿਸ਼ਨ ਦਾ ਜਨਮ ਕਦੋਂ ਹੋਇਆ। ਤੁਸੀਂ ਹੁਣ ਸਮਝਦੇ ਹੋ ਕ੍ਰਿਸ਼ਨ ਦਾ ਜਨਮ ਸਤਜੁਗ ਆਦਿ ਵਿੱਚ ਹੋਇਆ ਸੀ। ਰਾਧੇ ਦਾ ਵੀ ਸਤਜੁਗ ਆਦਿ ਵਿੱਚ ਕਹਾਂਗੇ ਕਰਕੇ 2-4 ਬਰੇ ਦਾ ਅੰਤਰ ਹੋਵੇਗਾ। ਤੁਹਾਡੇ ਲਈ ਸਭ ਤੋਂ ਸਰਬੋਤਮਤਾ ਹੈ ਸ਼ਿਵ ਜਯੰਤੀ। ਬਸ ਮੇਰਾ ਤਾਂ ਇੱਕ ਸ਼ਿਵ ਬਾਬਾ, ਦੂਸਰਾ ਨਾ ਕੋਈ। ਤੁਸੀਂ ਹੁਣ ਦੇਵਤਾ ਬਣ ਰਹੇ ਹੋ। ਲక్ష్ਮੀ ਨਾਰਾਇਣ ਰਾਮ ਸੀਤਾ ਬਣ ਰਹੇ ਹੋ। ਇਹ ਵੀ ਸਮਝਾਇਆ ਹੈ। ਰਾਮ ਸੀਤਾ ਨੂੰ ਛਤਰੀय ਚੰਦਰਵੰਸ਼ੀ ਕਿਉਂ ਕਿਹਾ ਜਾਂਦਾ ਹੈ? ਜੋ ਨਾ ਪਾਸ ਹੁੰਦੇ ਹੈ ਉਹ ਚੰਦਰਵੰਸ਼ੀ ਘਰਾਣੇ ਵਿੱਚ ਆਉਂਦੇ ਹੈ। ਇਹ ਹੈ ਮਾਇਆ ਨਾਲ ਯੁੱਧ। ਰਾਵਣ ਤੇ ਵਿਜੇ ਪ੍ਰਾਪਤ ਕਰਦੇ ਹੈ ਇਸ ਯੁੱਧ ਦੇ ਮੈਦਾਨ ਵਿੱਚ। ਬਾਕੀ ਪਾਂਡਵਾ ਕੌਰਵਾਂ ਦੀ ਲੜਾਈ ਹੈ ਨਹੀਂ। ਤੁਹਾਨੂੰ ਮਾਇਆ ਤੇ ਜਿੱਤ ਪਾਉਣੀ ਹੈ। ਬਾਪ ਆਤਮਾਵਾਂ ਨੂੰ ਕਹਿੰਦੇ ਹੈ ਮਮੇ ਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਮਾਇਆ ਤੇ ਜਿੱਤ ਹੋ ਜਾਏਗੀ। ਬੁੱਧੀ ਯੋਗ ਬਲ ਅਤੇ ਗਿਆਨ ਬਲ ਨਾਲ ਮਨਾਇਆ। ਬੁੱਧੀ ਯੋਗ ਬਲ ਅਤੇ ਗਿਆਨ ਬਲ ਨਾਲ ਮਾਇਆ ਤੇ ਵਿਜੇ ਪ੍ਰਾਪਤ ਕਰਨੀ ਹੈ। ਭਾਰਤ ਦਾ ਪ੍ਰਾਚੀਨ ਯੋਗ ਬਲ ਮਸ਼ਹੂਰ ਹੈ ਜਿਸ ਨਾਲ ਤੁਸੀਂ ਰਾਵਣ ਤੇ ਜਿੱਤ ਪਾ ਰਾਜ ਲੈਂਦੇ ਹੋ। ਵੱਡੇ ਤੇ ਵੱਡੀ ਤਕਦੀਰ ਹੈ ਨਾ। ਮੁੱਖ ਗੱਲ ਹੈ ਬੇਹੱਦ ਬਾਪ ਨੂੰ ਅਤੇ 21 ਜਨਮ ਸਦਾ ਸੁਖ ਦੇ ਵਰਸੇ ਨੂੰ ਯਾਦ ਕਰਨਾ ਹੈ। ਸੈਕਿੰਡ ਵਿੱਚ ਸਵਰਗ ਦੀ ਬਾਦਸ਼ਾਹੀ। ਜਦੋਂ ਤੱਕ ਬਾਪ ਦੀ ਪਹਿਚਾਣ ਬੁੱਧੀ ਵਿੱਚ ਨਹੀਂ ਬੈਠਦੀ ਹੈ ਉਦੋਂ ਤੱਕ ਸਮਝ ਨਹੀਂ ਸਕਣਗੇ। ਇੱਥੇ ਕੋਈ ਸਾਧੂ ਸੰਤ ਆਦਿ ਨਹੀਂ ਹੈ, ਨਾ ਕੋਈ ਗੀਤਾ ਸ਼ਾਸਤਰ ਆਦਿ ਸੁਣਾਉਂਦੇ ਹੈ ਜਿਵੇਂ ਸਾਧੂ ਲੋਕ ਸੁਣਾਉਂਦੇ ਹੈ। ਗਾਂਧੀ ਵੀ ਗੀਤਾ ਸੁਣਾਉਂਦੇ ਸੀ ਅਤੇ ਫਿਰ ਗਾਉਂਦੇ ਸੀ ਪਾਤਿਤ ਪਾਵਨ ਸੀਤਾਰਾਮ। ਹੁਣ ਗੀਤਾ ਦਾ ਭਗਵਾਨ ਨੇ ਗਾਈ। ਜੇਕਰ ਗੀਤਾ ਦਾ ਭਗਵਾਨ ਕ੍ਰਿਸ਼ਨ ਸੀ ਤਾਂ ਫਿਰ ਰਾਮ ਸੀਤਾ ਨੂੰ ਕਿਉਂ ਯਾਦ ਕਰਦੇ ਸੀ? ਅਸਲ ਵਿੱਚ ਸੀਤਾਮਾਏ ਤੁਸੀਂ ਹੋ। ਰਾਮ ਹੈ ਨਿਰਾਕਾਰ ਭਗਵਾਨ। ਸਭ ਭਗਤ ਹੈ ਪੁਕਾਰਦੇ ਹੈ ਹੇ ਰਾਮ ਹੇ ਭਗਵਾਨ ਤੁਸੀਂ ਆ ਕੇ ਸਾਨੂੰ ਸੀਤਾਵਾਂ ਨੂੰ ਪਾਵਨ ਬਣਾਓ। ਫਿਰ ਰਘੁਪਤੀ ਰਾਘਵ ਰਾਜਾ ਰਾਮ ਕਹਿ ਦਿੰਦੇ ਹੈ। ਸੁਣੀ ਸੁਣਾਈ ਗੱਲ ਨੂੰ ਫੜ ਲਿਆ ਹੈ। ਫਿਰ ਗੰਗਾ ਨੂੰ ਪਾਤਿਤ ਪਾਵਨੀ ਕਿਉਂ ਕਹਿੰਦੇ ਹੈ? ਭਗਤੀ ਮਾਰਗ ਵਿੱਚ ਬਹੁਤ ਉੱਥੇ ਜਾਂਦੇ ਹੈ। ਬਰੇ ਮੇਲਾ ਲੱਗਦਾ ਹੈ। ਉੱਥੇ ਜਾ ਕੇ ਬੈਠਦੇ ਹੈ। ਤੁਸੀਂ ਬੈਠੇ ਹੋ ਗਿਆਨ ਸਾਗਰ ਦੇ ਕੋਲ। ਉਹ ਫਿਰ ਪਾਣੀ ਵਿੱਚ ਜਾ ਕੇ ਇਸ਼ਨਾਨ ਕਰਕੇ ਆਉਂਦੇ ਹੈ। ਪਾਵਨ ਤਾਂ ਬਣਦੇ ਨਹੀਂ, ਪਤਿਤ ਹੀ ਬਣਦੇ ਆਏ ਹੈ।
ਤੁਸੀਂ ਤਾਂ ਹੁਣ ਗਿਆਨ ਮਾਰਗ ਵਿੱਚ ਹੋ, ਤੁਸੀਂ ਹੁਣ ਉੱਥੇ ਨਹੀਂ ਜਾਓਗੇ। ਸੱਚਾ ਸੰਗਮ ਇਹ ਹੈ ਜਦੋਂ ਕਿ ਆਤਮਾਵਾਂ ਪਰਮਾਤਮਾ ਅਲੱਗ ਰਹੇ ਬਹੁਕਾਲ। ਪਰਮਪਿਤਾ ਪਰਮਾਤਮਾ ਨਾਲ ਬਹੁਤ ਸਮੇਂ ਤੋਂ ਕੌਣ ਵਿਛੜਦੇ ਹੈ। ਬਾਬਾ ਆਖਦੇ ਨੇ, ਬਾਪ ਬੇਹੱਦ ਦਾ ਬਾਪ ਹੈ ਤਾਂ ਬੇਹੱਦ ਦਾ ਰਾਜ ਸਮਝਾਉਂਦੇ ਹੈ ਕਿ ਤੁਹਾਡੇ ਤੋਂ ਮਾਇਆ ਨੇ ਕੀ ਕਰਵਾਇਆ ਹੈ। ਤੁਸੀਂ ਪੰਜ ਭੂਤਾਂ ਤੇ ਵਸ਼ ਹੁੰਦੇ ਗਏ ਹੋ, ਕੀ ਹਾਲ ਹੋ ਗਿਆ ਹੈ। ਤੁਸੀਂ ਕਿੰਨੇ ਧਨਵਾਨ ਸੀ। ਭਗਤੀ ਮਾਰਗ ਵਿੱਚ ਫालतू ਖਰਚਾ ਕਰਦੇ ਕਰਦੇ ਉਹ ਤੁਹਾਡੀ ਕੀ ਹਾਲਤ ਹੋ ਗਈ ਹੈ। ਹੁਣ ਭਗਤੀ ਤੇ ਬਾਅਦ ਭਗਵਾਨ ਆ ਕੇ ਸਵਰਗ ਦੀ ਬਾਦਸ਼ਾਹੀ ਦਿੰਦੇ ਹੈ। ਇਸ ਲਈ ਸਦਗਤੀ ਕਰਨ ਬਾਪ ਨੂੰ ਹੀ ਆਉਣਾ ਪੈਂਦਾ ਹੈ। ਅੱਛਾ, ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ। ਨੰਬਰ 1 ਪਦਮਾ ਪਦਮਪਤੀ ਬਣਨ ਦੇ ਲਈ ਸੱਚੀ ਕਮਾਈ ਕਰਨੀ ਹੈ। ਪੜ੍ਹਾਈ ਵਿੱਚ ਸਮੇਂ ਦਾ ਬਹਾਨਾ ਨਹੀਂ ਦੇਣਾ ਹੈ। ਇਵੇਂ ਨਹੀਂ, ਪੜ੍ਹਾਈ ਦੇ ਲਈ ਫੁਰਸਤ ਨਹੀਂ ਹੈ। ਰੋਜ਼ ਪੜ੍ਹਨਾ ਜ਼ਰੂਰ ਹੈ। ਨੰਬਰ 2 ਇੱਕ ਬਾਪ ਦੀ ਅਭਿਆਬੀਚਾਰੀ ਯਾਦ ਵਿੱਚ ਰਹਿ ਆਤਮਾ ਨੂੰ ਸਤੋ ਪ੍ਰਧਾਨ ਬਣਾਉਣਾ ਹੈ। ਮੇਰਾ ਤਾਂ ਇੱਕ ਸ਼ਿਵ ਬਾਬਾ, ਦੂਜਾ ਨਾ ਕੋਈ। ਇਹ ਹੀ ਪਾਠ ਪੱਕਾ ਕਰਨਾ ਹੈ। ਵਰਦਾਨ ਹੈ ਅੱਜ ਦਾ। ਹਮੇਸ਼ਾ ਇੱਕ ਬਾਪ ਦੇ ਪਿਆਰ ਵਿੱਚ ਸਮਾਏ ਹੋਏ, ਸਰਬ ਪ੍ਰਾਪਤੀਆਂ ਵਿੱਚ ਸੰਪੰਨ ਅਤੇ ਸੰਤੁਸ਼ਟ ਭਵ। ਜੋ ਬੱਚੇ ਹਮੇਸ਼ਾ ਇੱਕ ਬਾਪ ਦੇ ਪਿਆਰ ਵਿੱਚ ਸਮਾਏ ਹੋਏ ਹੈ, ਬਾਪ ਉਹਨਾਂ ਤੋਂ ਜੁਦਾ ਨਹੀਂ ਅਤੇ ਉਹ ਬਾਪ ਤੋਂ ਜੁਦਾ ਨਹੀਂ। ਹਰ ਸਮੇਂ ਬਾਪ ਦੇ ਪਿਆਰ ਦੇ ਰਿਟਰਨ ਵਿੱਚ ਸਰਬ ਪ੍ਰਾਪਤੀਆਂ ਨਾਲ ਸੰਪੰਨ ਅਤੇ ਸੰਤੁਸ਼ਟ ਰਹਿੰਦੇ ਹੈ। ਇਸ ਲਈ ਉਹਨਾਂ ਨੂੰ ਹੋਰ ਕਿਸੇ ਵੀ ਪ੍ਰਕਾਰ ਦਾ ਸਹਾਰਾ ਆਕਰਸ਼ਿਤ ਨਹੀਂ ਕਰ ਸਕਦਾ। ਪਿਆਰ ਵਿੱਚ ਸਮਾਈ ਹੋਈ ਆਤਮਾਵਾਂ ਹਮੇਸ਼ਾ ਸਰਬ ਪ੍ਰਾਪਤੀ ਸੰਪੰਨ ਹੋਣ ਦੇ ਕਾਰਨ ਸਹਿਜ ਹੀ ਇੱਕ ਬਾਪ ਦੂਜਾ ਨਾ ਕੋਈ ਇਸ ਅਨੁਭੂਤੀ ਵਿੱਚ ਰਹਿੰਦੀਆਂ ਹੈ। ਸਮਾਈ ਹੋਈ ਆਤਮਾ ਦੇ ਲਈ ਇੱਕ ਬਾਪ ਹੀ ਸੰਸਾਰ ਹੈ। ਸਲੋਗਨ ਹੈ ਅੱਜ ਦਾ। ਹੱਦ ਦੇ ਮਾਨ ਸ਼ਾਨ ਦੇ ਪਿੱਛੇ ਦੌੜ ਲਗਾਉਣ ਦੇ ਬਜਾਏ ਸਮਾਨ ਵਿੱਚ ਰਹਿਣ ਦੀ ਸ੍ਰੇਸ਼ਟ ਸ਼ਾਨ ਹੈ। ਹੱਦ ਦੇ ਮਾਨ ਸ਼ਾਨ ਦੇ ਪਿੱਛੇ ਦੌੜ ਲਗਾਉਣ ਦੇ ਬਜਾਏ ਸਮਾਨ ਵਿੱਚ ਰਹਿਣਾ ਹੀ ਸ੍ਰੇਸ਼ਟ ਸ਼ਾਨ ਹੈ। ਅੱਛਾ, ਓਮ ਸ਼ਾਂਤੀ।